ਸਵਾਗਤ ਹੈ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਕੁਝ ਅਹਿਮ ਖਬਰਾਂ, ਰਾਜਨੀਤਿਕ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹੋਏ ਨੇ, ਵੱਡੇ ਐਲਾਨ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਤੇ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਚੋਣਾਂ ਦਾ ਦੌਰ ਹੈ, ਪੂਰੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਨੇ। ਹਰ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਆ। ਤੇ ਨਾਲ ਹੀ ਗੱਲ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਚੋਣ ਜ਼ਾਬਤੇ ਤੋਂ ਪਹਿਲਾਂ ਇੱਕ ਵੱਡਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਤੇ ਨਾਲ ਹੀ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਗੱਠਜੋੜ ਦੀ। ਉਸ ਤੋਂ ਇਲਾਵਾ ਹੋਰ ਵੀ ਕੁਝ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਇਮਰਾਨ ਖਾਨ ਜੀ। ਭੀਮਿੰਦਰ ਜੀ, ਗੱਲ ਕੀਤੀ ਜਾਵੇ ਤੇ ਚੋਣ ਜ਼ਾਬਤਾ ਲੱਗਣ ਵਾਲਾ, ਲੋਕਾਂ ਦੇ ਵੀ ਇਹੀ ਸਵਾਲ ਨੇ ਕਿ ਪਹਿਲਾਂ 4.5 ਸਾਲ ਕਾਂਗਰਸ ਆਪਸ ਦੇ ਵਿੱਚ ਹੀ ਉਲਝਦੀ ਰਹੀ। ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਣ ਦੇ ਵਿੱਚ ਇੱਛੁਕ ਨਹੀਂ ਸੀ ਤੇ ਹੁਣ ਚੰਨੀ ਸਰਕਾਰ ਬਣੀ ਹੈ। ਲੋਕਾਂ ਨੂੰ ਉਮੀਦਾਂ ਬਹੁਤ ਸੀ, ਪਰ ਲੋਕਾਂ ਦੇ ਨਾਲ ਦੀ ਨਾਲ ਮਨਾਂ ਦੇ ਵਿੱਚ ਇੱਕ ਸਵਾਲ ਆਉਂਦਾ ਕਿ ਹੁਣ ਤਾਂ ਚੋਣ ਜ਼ਾਬਤਾ ਲੱਗ ਜਾਣਾ ਤੇ ਹੁਣ ਕਿਹੜੇ ਕੰਮ ਹੋਣੇ ਨੇ। ਪਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਬੇਅਦਬੀ ਦਾ ਮੁੱਦਾ ਤੇ ਡਰੱਗ ਮੁੱਦਾ ਜਿਹੜਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਲੋਕ ਕਿੰਨਾ ਕੁ ਭਰੋਸਾ ਕਰਨਗੇ ਤੇ ਕਿੰਨਾ ਕੁ ਸੰਭਵ ਹੈ? ਇਮਰਾਨ ਜੀ ਦੇਖੋ, ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਪੋਲੀਟੀਕਲ ਪਾਰਟੀਆਂ ਦਾ ਇਤਿਹਾਸ ਵੇਖਦੇ ਹਾਂ, ਖਾਸ ਤੌਰ ਤੇ ਜਿਹੜੀਆਂ ਪਾਰਟੀਆਂ ਸੱਤਾ 'ਚ ਹੁੰਦੀਆਂ ਨੇ ਉਹਨਾਂ ਦੇ ਇਤਿਹਾਸ ਬਾਰੇ ਜਾਣਦੇ ਹਾਂ, ਤਾਂ ਉਹ ਇਹ ਕੀ ਕਰਦੀਆਂ ਨੇ ਕਿ 4.5 ਸਾਲ ਕੱਖ ਨਹੀਂ ਕਰਦੀਆਂ, ਉਹ ਸੁੱਤੀਆਂ ਰਹਿੰਦੀਆਂ ਨੇ। ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਕਾਲੀ ਦਲ ਬੀਜੇਪੀ ਦੀ ਸੱਤਾ ਸੀਗੀ, ਉਹਨਾਂ ਦਾ ਵੀ ਹਸ਼ਰ ਦੇਖਿਆ ਸੀਗਾ ਕਿ ਉਹ ਵੀ ਆਖਰੀ ਜਿਹੜੇ ਨੇ 2-3 ਮਹੀਨਿਆਂ ਦੇ ਵਿੱਚ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਦੇਖੋ ਜੀ ਅਸੀਂ ਤਾਂ ਕੰਮ ਹੀ ਬਹੁਤ ਕਰਦੇ ਹਾਂ, ਅਸੀਂ ਦਿਨ ਰਾਤ ਇੱਕ ਕੀਤਾ ਹੋਇਆ। ਸੋ ਇਹੀ ਤੁਸੀਂ ਦੇਖੋਗੇ ਕਿ ਸੁਖਜਿੰਦਰ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਆਖਰੀ ਸਮੇਂ ਤੇ ਆਇਆ, ਜਦੋਂ ਕੁਝ ਦਿਨ ਹੀ ਬਾਕੀ ਨੇ ਜਦੋਂ ਚੋਣ ਜ਼ਾਬਤਾ ਲੱਗ ਸਕਦਾ ਹੈ। ਸੋ ਇਸ ਕਰਕੇ ਲੋਕ ਇਸ ਵੇਲੇ ਇਹਨਾਂ ਦੇ ਉੱਤੇ ਕੋਈ ਭਰੋਸਾ ਨਹੀਂ ਕਰ ਰਹੇ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਇਹਨਾਂ ਨੇ ਕੋਈ ਫੈਸਲਾ ਕਰਨਾ ਸੀਗਾ, ਜੇ ਕੋਈ ਕੰਮ ਕਰਨਾ ਸੀਗਾ, ਜੇ ਕੋਈ ਬਰਗਾੜੀ ਕਾਂਡ ਦੇ ਉੱਤੇ ਜਾਂ ਨਸ਼ਿਆਂ ਨੂੰ ਲੈ ਕੇ ਉੱਤੇ ਕਾਰਵਾਈ ਕਰਨੀ ਸੀਗੀ, ਤਾਂ ਲਾਜ਼ਮੀ ਤੌਰ ਤੇ ਤੁਹਾਡੇ ਕੋਲੇ 4.5 ਸਾਲ ਪੌਣੇ 5 ਸਾਲ ਸੀਗੇ। ਉਦੋਂ ਤੁਸੀਂ ਕਿਉਂ ਨਹੀਂ ਕੀਤੀ? ਉਦੋਂ ਕੈਪਟਨ ਸਾਹਿਬ ਕਿਉਂ ਸੁੱਤੇ ਰਹੇ? ਉਦੋਂ ਆਪਣੇ ਸਿਸਮਾ ਫਾਰਮ ਦੇ ਵਿੱਚ ਕਿਉਂ ਉਹ ਲੋਕਾਂ ਨੂੰ ਮਿਲਣ ਦੇ ਲਈ ਵੀ ਬਾਹਰ ਨਹੀਂ ਸੀ ਆਉਂਦੇ? ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਵਿਧਾਇਕ ਸੀਗੇ ਔਰ ਮਿਨਿਸਟਰ ਸਾਹਿਬਾਨ ਸੀਗੇ, ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਸੀ ਦਿੰਦੇ। ਸੋ ਹੋ ਸਕਦਾ ਹੈ ਕਿ ਇਹਦੇ ਉੱਤੇ ਜਿਹੜਾ ਹੈਗਾ ਵੱਡੀ ਲੋਕ ਇਸ ਵੇਲੇ ਪੰਜਾਬ ਦੇ ਸੋਚ ਸਕਦੇ ਨੇ, ਔਰ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਇਦਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਨਹੀਂ ਕਰਨਗੇ। ਸੁਖਜਿੰਦਰ ਰੰਧਾਵਾ ਜੀ ਦੇ ਬਿਆਨ ਹੀ ਰਹਿ ਜਾਣੇ ਆ। ਇਹਦੇ ਉੱਤੇ ਲਗਾਤਾਰ ਸਿਆਸਤ ਹੁੰਦੀ ਰਹੀ ਹੈ, ਚਾਹੇ ਆਪਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਦੇਖ ਲਈਏ। ਔਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਤਾਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਔਰ ਸੁਖਜਿੰਦਰ ਰੰਧਾਵਾ ਦੀ ਵੀ ਜ਼ਿੰਮੇਵਾਰੀ ਇਸ ਲਈ ਬਣਦੀ ਸੀਗੀ ਕਿਉਂਕਿ ਜਦੋਂ ਕੈਪਟਨ ਸਾਹਿਬ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸਹੁੰ ਚੁੱਕ ਰਹੇ ਸੀਗੇ ਤਾਂ ਉਹਨਾਂ ਦੇ ਨਾਲ ਇਹ ਸਾਰੇ ਵੱਡੇ ਮੰਤਰੀ ਸ਼ਾਮਲ ਸੀਗੇ, ਉਹਦੇ ਗਵਾਹ ਨੇ ਉਸ ਚੀਜ਼ ਦੇ। ਸੋ ਇਸ ਕਰਕੇ ਇਹਨਾਂ ਦੀ ਵੀ, ਸੁਖਜਿੰਦਰ ਰੰਧਾਵਾ ਦੀ ਵੀ ਅੱਜ ਤੋਂ 4.5 ਸਾਲ ਪਹਿਲਾਂ ਜਦੋਂ ਮਿਨਿਸਟਰ ਸੀਗੇ ਉਹ, ਉਦੋਂ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ। ਔਰ ਵੱਡੇ ਮਗਰਮੱਛ ਜਿਹੜੇ ਕਹਿੰਦੇ ਸੀਗੇ ਅਸੀਂ ਫੜਾਂਗੇ, ਅੰਦਰ ਦੇਵਾਂਗੇ ਉਹਨਾਂ ਨੂੰ, ਜਿਹੜੇ ਵੀ ਲੋਕ ਇਹਦੇ ਵਿੱਚ ਸ਼ਾਮਲ ਨੇ ਇਸ ਨਸ਼ਾ ਤਸਕਰੀ ਦੇ ਵਿੱਚ, ਤਾਂ ਉਹਨਾਂ ਨੂੰ ਅਸੀਂ ਅੰਦਰ ਦੇਵਾਂਗੇ। ਸੋ ਉਹ ਅੱਜ ਤੱਕ ਆਪਾਂ ਨੂੰ ਪਤਾ ਹੈ ਕਿ ਵੱਡੇ ਮਗਰਮੱਛ ਬਾਹਰ ਘੁੰਮ ਰਹੇ ਨੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਸਿਰਫ ਤੇ ਸਿਰਫ ਬਿਆਨਬਾਜ਼ੀ ਹੋ ਰਹੀ ਹੈ, ਜਾਂ ਕੀ ਹੋ ਰਿਹਾ ਕਿ ਜਾਂ ਨਵੀਆਂ ਸਿੱਟਾਂ ਬਣ ਰਹੀਆਂ ਨੇ, ਨਵੀਆਂ ਤੋਂ ਨਵੀਆਂ ਕਮੇਟੀਆਂ ਬਣ ਜਾਂਦੀਆਂ ਨੇ ਔਰ ਨਵੇਂ ਚਿਹਰੇ ਆ ਜਾਂਦੇ ਨੇ, ਫਿਰ ਦੁਬਾਰਾ ਉਹੀ ਜਿਹੜਾ ਹੈਗਾ ਗੱਲਬਾਤ ਸ਼ੁਰੂ ਤੋਂ ਜਿਹੜਾ ਹੈਗਾ ਸ਼ੁਰੂ ਹੋ ਜਾਂਦੀ ਹੈ। ਸੋ ਗੱਲ ਮੇਰਾ ਮਤਲਬ ਕਹਿਣ ਦਾ ਇਹੀ ਹੈ ਕਿ ਇਸ ਵੇਲੇ ਸੁਖਜਿੰਦਰ ਰੰਧਾਵਾ ਜੀ ਜਿਹੜੇ ਬਿਆਨ ਦੇ ਰਹੇ ਨੇ ਕਿ ਅਸੀਂ ਬਹੁਤ ਛੇਤੀ ਇਹਨਾਂ ਨੂੰ, ਚਾਹੇ ਬਰਗਾੜੀ ਕਾਂਡ ਦੇ ਦੋਸ਼ੀ ਹੋਣ, ਚਾਹੇ ਨਸ਼ਿਆਂ ਨੂੰ ਲੈ ਕੇ ਜੋ ਦੋਸ਼ੀ ਹੋਣਗੇ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਔਰ ਇਹਦੇ ਉੱਤੇ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਉਹ ਨਹੀਂ ਵੱਜ ਰਿਹਾ। ਸੋ ਇਹਦਾ ਵੱਡਾ ਕਾਰਨ ਇਹੀ ਹੈ ਕਿ ਲਗਾਤਾਰ 4.5 ਸਾਲ ਤੋਂ ਇਹਨਾਂ ਨੇ ਇਹਨਾਂ ਮਾਮਲਿਆਂ ਦੇ ਵਿੱਚ, ਔਰ ਖਾਸ ਤੌਰ ਤੇ ਜਿਹੜੇ ਨਸ਼ਿਆਂ ਨੂੰ ਲੈ ਕੇ ਆਪਾਂ ਕਹਿੰਦੇ ਆ ਕਿ ਬਹੁਤ ਗੰਭੀਰ ਮਾਮਲੇ ਸੀਗੇ 17 ਦੀਆਂ ਚੋਣਾਂ ਦੇ ਵਿੱਚ, ਇਹ ਬਹੁਤ ਵੱਡਾ ਮੁੱਦਾ ਬਣੇ ਸੀਗੇ ਕਿਸੇ ਵੇਲੇ।
ਇਸੇ ਤਰ੍ਹਾਂ ਬਰਗਾੜੀ ਕਾਂਡ ਨੂੰ ਲੈ ਕੇ ਵੱਡਾ ਮੁੱਦਾ ਜਿਹੜਾ ਹੈਗਾ ਸੀਗਾ ਉਸ ਵੇਲੇ ਬਣਿਆ ਸੀਗਾ, ਆਪਾਂ ਸਾਰੇ ਜਾਣਦੇ ਹਾਂ। ਪਰ ਇਹਦੇ ਉੱਤੇ ਜਿਹੜਾ ਹੈਗਾ ਸਰਕਾਰ ਦੀ ਜੂੰ ਨਹੀਂ ਸਰਕੀ। ਸੋ ਇਹਦਾ ਨਤੀਜਾ ਕੀ ਨਿਕਲਣਾ ਹੈ? ਹੁਣ 22 ਦੇ ਵਿੱਚ ਚੋਣਾਂ ਜਦੋਂ ਆਉਣੀਆਂ ਨੇ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਕਾਂਗਰਸ ਨੂੰ ਬੈਕਫੁੱਟ ਤੇ ਜਾਣਾ ਪਏਗਾ। ਪੰਜਾਬ ਦੇ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਸਿਰਫ ਬਿਆਨਬਾਜ਼ੀ ਹੋ ਰਹੀ ਹੈ ਔਰ ਇਹਦੇ ਉੱਤੇ ਕੋਈ ਠੋਸ ਕਾਰਵਾਈ ਨਾ ਤਾਂ ਹੁਣ ਹੋਣ ਦੀਆਂ ਸੰਭਾਵਨਾਵਾਂ ਨੇ। ਹਾਂ, ਜੇ ਹੋ ਸਕਦੀ ਸੀ ਤਾਂ ਅੱਜ ਤੋਂ 4 ਸਾਲ ਪਹਿਲਾਂ ਹੋ ਸਕਦੀ ਸੀਗੀ, ਉਹ ਇਹਨਾਂ ਨੇ ਕੀਤੀ ਨਹੀਂ। ਉਹ ਹੁਣ ਸਮਾਂ ਖੁੰਝ ਚੁੱਕਿਆ ਹੈ, ਸਮਾਂ ਹੁਣ ਜਿਹੜਾ ਹੈਗਾ ਉਹ ਲੰਘ ਚੁੱਕਿਆ ਹੈ। ਹੁਣ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਜਿਵੇਂ ਆਪਾਂ ਕਹਿੰਦੇ ਕਿ ਜਿਹੜਾ ਛੱਡਿਆ ਤੀਰ ਕਮਾਨ ਚੋਂ ਕਦੇ ਵਾਪਸ ਨਾ ਆਵੇ। ਸੋ ਇਸ ਕਰਕੇ ਹੁਣ ਜਿਹੜਾ ਉਹ ਤੀਰ ਨਿਕਲਣਾ ਸੀਗਾ, ਜੋ ਬਾਜੇ ਵੱਜਣੇ ਸੀ ਉਹ ਵੱਜ ਚੁੱਕੇ ਨੇ। ਹੁਣ ਤਾਂ ਜਿਹੜਾ ਹੈਗਾ ਚੋਣ ਜ਼ਾਬਤਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਜਾਣਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਮੁੱਦੇ ਪੰਜਾਬ ਦੇ ਉਸੇ ਤਰ੍ਹਾਂ ਹੀ ਲਟਕਦੇ ਰਹਿ ਜਾਣੇ ਹੈ। ਇਮਰਾਨ ਜੀ ਜੀ ਬਿਲਕੁਲ ਭੀਮਿੰਦਰ ਸਰ, ਤੁਸੀਂ ਸਹੀ ਕਿਹਾ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਸ਼ਾਇਦ ਜਿਹੜੀ ਆ ਕਾਂਗਰਸ ਦੇ ਲਈ ਹੁਣ ਇਹੀ ਜਾਣੀ ਕਿ ਬੋਲ ਸਹੀ ਢੁੱਕਦੇ ਹੋਏ ਨਜ਼ਰ ਆਉਂਦੇ ਨੇ। ਉਧਰ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਨੇ। ਪਾਰਟੀ ਬਣਾਉਣ ਤੋਂ ਬਾਅਦ ਭਾਜਪਾ ਦੇ ਨਾਲ ਹੱਥ ਮਿਲਾ ਲਿਆ ਤੇ ਭਾਜਪਾ ਦੇ ਨਾਲ ਹੱਥ ਮਿਲਾਉਣ ਤੋਂ ਬਾਅਦ ਹੁਣ ਅਕਾਲੀ ਦਲ ਤੇ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਵੱਜਦੀ ਹੋਈ ਨਜ਼ਰ ਆ ਰਹੀ ਆ। ਕਿੰਨਾ ਕੁ ਅਸਰ ਹੋਣ ਵਾਲਾ ਆ, ਕਿੰਨਾ ਕੁ ਅਕਾਲੀਆਂ ਨੂੰ ਡਰ ਹੋਵੇਗਾ, ਕਿੰਨਾ ਕੁ ਇਸ ਦਾ ਕਾਂਗਰਸ ਨੂੰ ਡਰ ਹੋਵੇਗਾ, ਤੇ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਆਪਸ ਦੇ ਵਿੱਚ ਮਿਲ ਕੇ ਕਿੰਨੀਆਂ ਕੁ ਸੀਟਾਂ ਦੇ ਉੱਤੇ ਬਾਜੀ ਮਾਰ ਸਕਣਗੇ? ਇਮਰਾਨ ਜੀ ਦੇਖੋ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਹੋਣ, ਚਾਹੇ ਟਕਸਾਲੀ ਆਗੂ ਸੁਖਦੇਵ ਢੀਂਡਸਾ ਸਾਹਿਬ ਹੋਣ, ਉਹ ਲਗਾਤਾਰ ਬੀਜੇਪੀ ਦੇ ਲੀਡਰਾਂ ਨੂੰ ਮਿਲ ਰਹੇ ਨੇ ਦਿੱਲੀ ਦੇ ਵਿੱਚ ਜਾ ਕੇ। ਸ਼ੇਖਾਵਤ ਜੀ ਨੂੰ ਖਾਸ ਤੌਰ ਤੇ, ਕਿਉਂਕਿ ਟਿਕਟਾਂ ਨੂੰ ਦੀ ਵੰਡ ਨੂੰ ਲੈ ਕੇ ਜਿਹੜੀ ਹੈਗੀ ਆ ਬੀਜੇਪੀ ਨਾਲ ਜੋ ਸਾਂਝ ਪਿਆਲੀ ਹੋਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਇੱਕ ਵੱਡੀ ਕਾਰਵਾਈ ਹੋ ਸਕਦੀ ਹੈ। ਸੋ ਜੇਕਰ ਆਪਾਂ ਟਕਸਾਲੀ ਆਗੂਆਂ ਦੀ ਗੱਲ ਕਰੀਏ ਤਾਂ ਜਿਹੜੀ ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ ਸੰਯੁਕਤ ਅਕਾਲੀ ਦਲ, ਤਾਂ ਜੇਕਰ ਉਹ ਬੀਜੇਪੀ ਨਾਲ ਜਾ ਕੇ ਰਲਦਾ ਹੈ ਤਾਂ ਇਹਦਾ ਨੁਕਸਾਨ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਨੂੰ ਹੋ ਸਕਦਾ ਹੈ 22 ਦੀਆਂ ਚੋਣਾਂ ਦੇ ਵਿੱਚ। ਇਸੇ ਤਰ੍ਹਾਂ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੇ ਵਿੱਚ ਕੈਪਟਨ ਸਾਹਿਬ ਜਦੋਂ ਉਹਨਾਂ ਨਾਲ ਗੱਠਜੋੜ ਕਰਨਗੇ ਬੀਜੇਪੀ ਦੇ ਨਾਲ, ਔਰ ਜਿਹੜਾ ਕਿ ਲਗਭਗ ਪੂਰੀਆਂ ਸੰਭਾਵਨਾਵਾਂ ਨੇ ਕਿ ਹੋ ਚੁੱਕੀ ਆ ਗੱਲਬਾਤ। ਸੋ ਇਸ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਚਿੰਤਾ ਤੁਰ ਨਜ਼ਰ ਆ ਰਹੀ ਹੈ ਕਾਂਗਰਸ। ਔਰ ਉਹਦਾ ਵੱਡਾ ਕਾਰਨ ਇਹੀ ਹੈ ਚਿੰਤਾ ਦਾ ਕਿ ਜੇਕਰ ਜਿਨ੍ਹਾਂ ਲੋਕਾਂ ਨੂੰ ਟਿਕਟ ਨਹੀਂ ਮਿਲੇਗੀ ਉਹਨਾਂ ਨੂੰ ਜਿਹੜਾ ਹੈਗਾ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਉਹ ਇਸ ਵੇਲੇ ਨਜ਼ਰ ਆ ਰਹੀਆਂ ਨੇ। ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਚੋਣਾਂ ਨੇੜੇ ਆ ਰਹੀਆਂ ਨੇ, ਤਿਉਂ-ਤਿਉਂ ਤੁਸੀਂ ਦੇਖੋਗੇ ਕਿ ਜਿਹੜੀਆਂ ਕਾਂਗਰਸ ਦੇ ਵਿੱਚ ਜਿਹੜੀ ਖਾਨਾ ਜੰਗੀ ਹੈ ਉਹ ਵੱਧਦੀ ਜ਼ਿਆਦਾ ਦਿਖਾਈ ਦੇ ਰਹੀ ਹੈ। ਕੱਲ ਵੀ ਜਾਖੜ ਸਾਹਿਬ ਦਾ ਜਿਹੜਾ ਬਿਆਨ ਆਇਆ ਸੀਗਾ ਉਸ ਨੂੰ ਸਮਝਣ ਦੀ ਲੋੜ ਆ। ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਹਉਮੈ ਨੂੰ ਤਿਆਗਣਾ ਪਏਗਾ, ਮੈਂ ਨੂੰ ਤਿਆਗਣਾ ਪਏਗਾ, ਤਾਂ ਹੀ ਆਪਾਂ 22 ਦੇ ਵਿੱਚ ਚੋਣਾਂ ਜਿਹੜੀ ਹੈ ਜਿੱਤ ਸਕਦੇ ਹਾਂ। ਸੋ ਹਉਮੈ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਟਿਕਟ ਨਹੀਂ ਮਿਲੇਗੀ ਔਰ ਉਹ ਇਹ ਸਮਝਦੇ ਆ ਕਿ ਅਸੀਂ ਤਾਂ ਵੱਡੇ ਲੀਡਰ ਹਾਂ, ਸਾਨੂੰ ਟਿਕਟ ਪਾਰਟੀ ਕਿਉਂ ਨਹੀਂ ਦੇ ਰਹੀ, ਤਾਂ ਲਾਜ਼ਮੀ ਤੌਰ ਤੇ ਉਹੀ ਬੰਦੇ, ਉਹੀ ਉਮੀਦਵਾਰ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਨਾਲ ਜਾਂਦੇ ਤੁਹਾਨੂੰ ਦਿਖਾਈ ਦੇਣਗੇ। ਜੇਕਰ ਇਹ ਵੱਡਾ ਦੁਫਾੜ ਪੈਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ, ਤਾਂ ਕਾਫੀ ਸੰਭਾਵਨਾਵਾਂ ਨੇ ਕਿ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਔਰ ਇਹ ਹੁਣ ਸਮਾਂ ਦੱਸੇਗਾ ਕਿ ਕਿਹੜੇ-ਕਿਹੜੇ ਲੋਕ, ਕਿਹੜੇ-ਕਿਹੜੇ ਵੱਡੇ ਲੀਡਰ, ਕਿਹੜੇ-ਕਿਹੜੇ ਵੱਡੇ ਚਿਹਰੇ ਕਾਂਗਰਸ ਦੇ ਕੈਪਟਨ ਸਾਹਿਬ ਨਾਲ ਜਾਂਦੇ ਆ। ਔਰ ਜੇਕਰ ਉਹ ਜਾਂਦੇ ਆ ਤਾਂ ਉਹਨਾਂ ਦੀ ਜਿਹੜਾ ਵੋਟ ਬੈਂਕ ਹੈ ਲਾਜ਼ਮੀ ਤੌਰ ਤੇ ਉਹਦੇ ਨਾਲ ਘਟਣ ਦੀਆਂ ਸੰਭਾਵਨਾਵਾਂ ਇਮਰਾਨ ਜੀ ਨਜ਼ਰ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਜੀ ਭੀਮਿੰਦਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੁਣੇ ਕਿ ਜਾਖੜ ਦਾ ਬਿਆਨ ਆਇਆ ਸੀ, ਜਾਖੜ ਸਾਹਿਬ ਕਹਿੰਦੇ ਨੇ ਕਿ ਏਕਾ ਤੇ ਸਬਰ ਜਤਾਉਂਦਾ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਆ ਕਿਸਾਨੀ ਅੰਦੋਲਨ ਦੀ ਕਿ ਕਿਸਾਨੀ ਅੰਦੋਲਨ ਚੱਲਿਆ, ਉਸਦੇ ਵਿੱਚ ਏਕਾ ਰਿਹਾ, ਸਬਰ ਰੱਖਿਆ, ਤੇ ਇਸ ਕਰਕੇ ਕੇਂਦਰ ਦੇ ਵੱਲੋਂ ਲਿਆਂਦੇ 3 ਖੇਤੀ ਕਾਨੂੰਨ ਆਖਰਕਾਰ ਰੱਦ ਕਰਵਾ ਕੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਆ। ਬਿਲਕੁਲ ਸਾਫ਼ ਨਜ਼ਰ ਆਉਂਦਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੇ ਵਿੱਚ ਕਾਫੀ ਘਮਾਸਾਨ ਪੈ ਸਕਦਾ, ਜਿਸ ਕਰਕੇ ਇਹ ਉਦਾਹਰਨ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਕਿ ਤੁਸੀਂ ਏਕਾ ਰੱਖਿਓ, ਭਾਵੇਂ ਟਿਕਟ ਮਿਲੇ ਭਾਵੇਂ ਨਾ ਮਿਲੇ, ਪਰ ਪਾਰਟੀ ਨਾ ਛੱਡਿਓ। ਅਜਿਹਾ ਹੀ ਉਹਨਾਂ ਦਾ ਕਹਿਣ ਦਾ ਮਕਸਦ ਹੋ ਸਕਦਾ, ਮਨਸ਼ਾ ਉਹਨਾਂ ਦੀ ਇਹੀ ਹੋ ਸਕਦੀ ਆ। ਜੀ ਬਿਲਕੁਲ, ਉਹਦਾ ਵੱਡਾ ਕਾਰਨ ਹੈ ਕਿ ਪਿਛਲੇ ਜਦੋਂ ਅਸੀਂ 3-4 ਸਾਲਾਂ ਤੋਂ ਵੇਖਦੇ ਹਾਂ ਪੰਜਾਬ ਦੀ ਕਾਂਗਰਸ, ਜਾਂ ਇਕੱਲੇ ਪੰਜਾਬ ਦੀ ਨਹੀਂ, ਆਪਾਂ ਬਾਕੀ ਸਟੇਟਾਂ ਦੀ ਕਾਂਗਰਸ ਦੇਖ ਲਓ, ਜਿਹਦੇ ਵਿੱਚ ਰਾਜਸਥਾਨ ਸ਼ਾਮਲ ਹੈ, ਜਿਹਦੇ ਵਿੱਚ ਹਰਿਆਣਾ ਸ਼ਾਮਲ ਹੈ, ਜਿਹਦੇ ਵਿੱਚ ਯੂਪੀ ਸ਼ਾਮਲ ਹੈ, ਜਿਹਦੇ ਵਿੱਚ ਉੱਤਰਾਖੰਡ ਸ਼ਾਮਲ ਹੈ। ਇਹਨਾਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਜਿਸ ਕਿਸਮ ਦਾ ਪਿਛਲੇ ਦਿਨਾਂ ਦੇ ਵਿੱਚ ਖਲਾਰਾ ਪਿਆ ਹੈ
ਔਰ ਖਿਲਾਰਾ ਪੈਣ ਦਾ ਵੱਡਾ ਕਾਰਨ ਇਹੀ ਸੀਗਾ ਕਿ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਨਜ਼ਰ ਆਈ ਹੈ ਔਰ ਵੱਡੇ ਡਿਸੀਜਨ ਉਹ ਨਹੀਂ ਲੈ ਸਕੀ। ਔਰ ਨਤੀਜਾ ਕੀ ਨਿਕਲਿਆ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਕਾਟੋ ਕਲੇਸ਼ ਵਧਿਆ। ਔਰ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਚੋਣਾਂ ਹੋਈਆਂ ਨੇ ਪਿਛਲੇ ਆਪਾਂ 7-8 ਸਾਲਾਂ ਤੋਂ ਵੇਖ ਰਹੇ ਹਾਂ ਕਿ ਹਰ ਚੋਣ ਲਗਭਗ ਕਾਂਗਰਸ ਹਾਰਦੀ ਨਜ਼ਰ ਆਈ ਹੈ ਔਰ 90% ਸੀਟਾਂ ਜਿਹੜੀਆਂ ਨੇ ਉਹਨਾਂ ਨੇ ਹਾਰੀਆਂ ਨੇ। ਪਿਛਲੇ ਆਪਾਂ ਜੇ 5 ਤੋਂ 7 ਸਾਲਾਂ ਦਾ ਇਤਿਹਾਸ ਵੇਖਦੇ ਹਾਂ ਵੱਖ-ਵੱਖ ਸਟੇਟਾਂ ਦੇ ਵਿੱਚ ਕਾਂਗਰਸ ਦਾ। ਸੋ ਨਤੀਜਾ ਕੀ ਨਿਕਲ ਰਿਹਾ, ਇਹੀ ਗੱਲ ਜਿਹੜੀ ਹੈਗੀ ਹੈ ਪੰਜਾਬ ਦੇ ਉੱਤੇ ਲਾਗੂ ਹੁੰਦੀ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਧੜੇ ਆਪਾਂ ਨੂੰ ਸਪਸ਼ਟ ਦਿਖਾਈ ਦੇ ਰਹੇ ਨੇ ਇਸ ਵੇਲੇ ਕਾਂਗਰਸ ਦੇ। ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਹੈ, ਦੁੱਲੋ ਸਾਹਿਬ ਦਾ ਧੜਾ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਦਾ ਧੜਾ ਹੈ, ਨਵਜੋਤ ਸਿੰਘ ਸਿੱਧੂ ਦਾ ਧੜਾ ਹੈ। ਇਸੇ ਤਰ੍ਹਾਂ ਹੋਰ ਜਿਹੜੇ ਕਈ ਆਪਾਂ ਕਹਿ ਸਕਦੇ ਹਾਂ ਕਿ ਰਵਨੀਤ ਬਿੱਟੂ ਹੋਰਾਂ ਦਾ ਵੱਖਰਾ ਧੜਾ ਹੈਗਾ। ਇਹ ਜਦੋਂ ਧੜੇਬੰਦੀ ਜਦੋਂ ਜ਼ਿਆਦਾ ਤੁਹਾਨੂੰ ਦਿਖਾਈ ਦੇ ਰਹੀ ਹੈ ਤਾਂ ਇਹਦੇ ਵਿੱਚੋਂ ਸ਼ੱਕ ਜਾਖੜ ਸਾਹਿਬ ਨੂੰ ਇਹੀ ਪਿਆ, ਕਿਉਂਕਿ ਪ੍ਰਧਾਨ ਰਹੇ ਨੇ ਲਗਭਗ 4 ਸਾਲ ਉਹ ਪ੍ਰਧਾਨਗੀ ਉਹਨਾਂ ਨੇ ਕੀਤੀ ਹੈ, ਤਾਂ ਉਸ ਦਾ ਤਜਰਬਾ ਉਹਨਾਂ ਨੇ ਕੱਲ ਦੱਸਿਆ ਹੈ ਕਿ ਜੇਕਰ ਆਪਾਂ ਇਕੱਠੇ ਨਹੀਂ ਲੜਾਂਗੇ ਇਸ ਵੇਲੇ ਤਾਂ ਲਾਜ਼ਮੀ ਤੌਰ ਤੇ 22 ਦੇ ਵਿੱਚ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਇਹੀ ਨਸੀਹਤ ਉਹਨਾਂ ਨੇ ਵਲੰਟੀਅਰਾਂ ਨੂੰ ਜਾਂ ਵੱਡੇ ਲੀਡਰਾਂ ਨੂੰ ਦਿੱਤੀ ਹੈ ਕਿ ਇਸ ਵੇਲੇ ਜਿਵੇਂ ਕਿਸਾਨੀ ਅੰਦੋਲਨ ਚੱਲਿਆ ਔਰ ਕਿਸਾਨੀ ਅੰਦੋਲਨ 32 ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਦੀ ਲੜਾਈ ਉਹਨਾਂ ਨੇ ਲੜੀ ਹੈ ਔਰ ਜਿੱਤ ਕੇ ਘਰਾਂ ਨੂੰ ਵਾਪਸ ਆਏ ਨੇ, ਤਾਂ ਉਹ ਜਿੱਤ, ਉਹ ਸਬਰ, ਉਹ ਸੰਤੋਖ ਤੁਹਾਨੂੰ ਰੱਖਣਾ ਪਏਗਾ ਔਰ ਉਹ ਏਕਤਾ ਤੇ ਸੰਘਰਸ਼ ਤੁਹਾਨੂੰ ਕਰਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਪੰਜਾਬ ਦੇ ਵਿੱਚ 22 ਦੀਆਂ ਚੋਣਾਂ ਦੁਬਾਰਾ ਜਿੱਤਣੀਆਂ ਨੇ। ਸੋ ਵੱਡੀ ਨਸੀਹਤ ਦਿੰਦੇ ਨਜ਼ਰ ਆਏ ਨੇ ਜਾਖੜ ਸਾਹਿਬ ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਖਿਲਾਰਾ ਹੈ ਕਿਤੇ ਨਾ ਕਿਤੇ ਪੈਂਦਾ ਉਹਨਾਂ ਨੂੰ ਦਿਖਾਈ ਦੇ ਰਿਹਾ ਹੈ ਔਰ ਵੱਖ-ਵੱਖ ਉਮੀਦਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਰੁਸ ਰਸਈਆ ਜਿਹੜਾ ਹੈਗਾ ਚੱਲ ਸਕਦਾ ਹੈ। ਪਾਰਟੀਆਂ ਦੀ ਜਿਹੜੀ ਅਦਲਾ ਬਦਲੀ ਹੈ ਉਹ ਕੋਈ ਜਿਹੜੇ ਹੈਗਾ ਪਾਰਟੀ ਬਦਲ ਸਕਦੇ ਨੇ, ਕੋਈ ਅਕਾਲੀਆਂ ਜਾ ਸਕਦਾ ਹੈ, ਕੋਈ ਬੀਜੇਪੀ ਚ ਜਾ ਸਕਦਾ ਹੈ, ਕੋਈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਚ ਜਾ ਸਕਦੇ ਨੇ ਇਹਨਾਂ ਦੇ ਲੀਡਰ। ਸੋ ਕਹਿਣ ਦਾ ਭਾਵ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨਜ਼ਰ ਆ ਰਹੀਆਂ ਨੇ। ਇਮਰਾਨ ਜੀ ਜੀ ਭਿਮਿੰਦਰ ਜੀ, ਇੱਕ ਰਾਤੋਂ ਰਾਤ ਜਿਹੜਾ ਡੀਜੀਪੀ ਬਦਲਿਆ ਗਿਆ, ਚਟੋਪਾਧਿਆ ਨੂੰ ਨਵਾਂ ਡੀਜੀਪੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਵੱਡੇ ਸਿਆਸੀ ਧਮਾਕੇ ਹੋ ਰਹੇ ਨੇ, ਸਿਆਸਤ ਦੇ ਵਿੱਚ ਭੁਚਾਲ ਆ ਗਿਆ। ਅਕਾਲੀ ਦਲ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ। ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਿਰਫ ਤੇ ਸਿਰਫ ਅਕਾਲੀਆਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰਕੇ ਹੀ ਇਹ ਨਵੇਂ ਡੀਜੀਪੀ ਦੀ ਨਿਯੁਕਤੀ ਕੀਤੀ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਕਿਹਾ ਜਾਂਦਾ ਕਿ ਇਹ ਜਿਹੜੀ ਇੱਕ ਜਿੱਦ ਸੀ ਉਹ ਪੁਗਾ ਦਿੱਤੀ ਗਈ ਹੈ, ਪਰ ਇਸ ਦਾ ਜਿਹੜਾ ਨੁਕਸਾਨ ਹੈ ਕਿ ਅਕਾਲੀਆਂ ਨੂੰ ਹੋਣ ਵਾਲਾ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ। ਇਮਰਾਨ ਜੀ ਦੇਖੋ, ਜਿਹੜੇ ਨਵੇਂ ਡੀਜੀਪੀ ਲਗਾਏ ਗਏ ਨੇ, ਇਸ ਤੋਂ ਪਹਿਲਾਂ ਨਵੇਂ ਏਜੀ ਲਗਾਏ ਗਏ, ਇਹਦੀ ਮੰਗ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਕਰ ਰਹੇ ਸੀਗੇ ਔਰ ਨਵਜੋਤ ਸਿੰਘ ਸਿੱਧੂ ਇਹੀ ਕਹਿ ਰਹੇ ਸੀਗੇ ਕਿ ਜੋ ਉਹਨਾਂ ਦੀ ਮਨਪਸੰਦ ਦੇ ਜੋ ਲੀਡਰ ਨੇ, ਖਾਸ ਤੌਰ ਤੇ ਜੋ ਵੱਡੇ ਅਹੁਦੇ ਨੇ, ਉਹਨਾਂ ਨੂੰ ਤੁਸੀਂ ਉਹਨਾਂ ਅਹੁਦਿਆਂ ਦੇ ਉੱਤੇ ਲਗਾਓ। ਸੋ ਉਹਨਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਵੱਡੀਆਂ ਤਬਦੀਲੀਆਂ, ਚਾਹੇ ਏਜੀ ਸਾਹਿਬ ਦੀ ਗੱਲ ਹੋਵੇ, ਚਾਹੇ ਡੀਜੀਪੀ ਦੀ ਗੱਲ ਹੋਵੇ, ਇਹ ਕੀਤੀਆਂ ਗਈਆਂ। ਔਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਹੜੇ ਨਵੇਂ ਡੀਜੀਪੀ ਲੱਗੇ ਨੇ ਕੀ ਉਹ ਅਗਲੇ ਜਿਹੜੇ 2-3 ਮਹੀਨੇ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ, ਕਿਉਂਕਿ ਅਗਲੇ ਦਿਨਾਂ ਦੇ ਵਿੱਚ 21 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਕੇਂਦਰੀ ਜਿਹੜੀ ਹੈਗੀ ਹੈ ਏਜੰਸੀ ਦੀ, ਤਾਂ ਉੱਥੋਂ ਇਹੀ ਸਿੱਧ ਹੋਏਗਾ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਬਦਲ ਦਿੱਤਾ ਜਾਏ, ਉਹਨਾਂ ਦੀ ਥਾਂ ਦੇ ਉੱਤੇ ਨਵਾਂ 21 ਤਰੀਕ ਤੋਂ ਬਾਅਦ ਨਵਾਂ ਪੰਜਾਬ ਦਾ ਡੀਜੀਪੀ ਜਿਹੜਾ ਹੈਗਾ ਮਿਲੇ। ਸੋ ਇਸ ਕਰਕੇ ਸੰਭਾਵਨਾਵਾਂ ਤਾਂ ਇਹੀ ਨੇ ਕਿ ਉਹਨਾਂ ਨੂੰ ਕੁਝ ਦਿਨਾਂ ਦੇ ਲਈ 4-5 ਜਾਂ 6 ਦਿਨਾਂ ਦੇ ਲਈ ਡੀਜੀਪੀ ਬਣਾਇਆ ਗਿਆ ਹੈ, ਪਰ ਉਸ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਇਹ ਕੋਈ ਪੱਕਾ ਕੰਮ ਆਪਾਂ ਕਹਿ ਨਹੀਂ ਸਕਦੇ ਕਿ ਕਾਂਗਰਸ ਸਰਕਾਰ ਕੋਈ ਆਪਣਾ ਪੱਕੇ ਪੈਰੀ ਹੋ ਕੇ ਕੋਈ ਠੋਸ ਕਾਰਵਾਈ ਅਕਾਲੀਆਂ ਦੇ ਉੱਤੇ ਕਰਦੀ ਕੋਈ ਨਜ਼ਰ ਨਹੀਂ ਆ ਰਹੀ। ਹਾਂ, ਕੋਈ ਟੈਂਪਰੇਰੀ ਜਾਂ ਜਿਹੜਾ ਅਰੇਂਜਮੈਂਟ ਹੈ, ਕੋਈ ਇੱਕ ਅੱਧਾ ਦਿਨ ਕੋਈ ਇਦਾਂ ਦੀ ਗਿੱਦੜ ਭਬਕੀ ਜਿਹੜੀ ਹੈਗੀ ਹੈ ਦਿੱਤੀ ਜਾ ਸਕਦੀ ਹੈ ਅਕਾਲੀਆਂ ਨੂੰ, ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਇਹ ਦਿਖਾਵਾ ਕੀਤਾ ਜਾ ਸਕੇ ਕਿ ਦੇਖੋ ਜੀ ਅਸੀਂ ਤਾਂ ਪੂਰੀ ਕਾਰਵਾਈ ਕੀਤੀ ਹੈ, ਪਰ ਕਾਨੂੰਨ ਸਾਡੇ ਹੱਥ ਵਿੱਚ ਨਹੀਂ ਹੈ, ਇਸ ਕਰਕੇ ਅਦਾਲਤਾਂ ਨੇ ਇਹ ਫੈਸਲਾ ਕੀਤਾ ਹੈ, ਯਾਨੀ ਕਿ ਸਾਨੂੰ ਤਾਂ ਅਦਾਲਤਾਂ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ, ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ। ਇਸ ਤਰ੍ਹਾਂ ਮਤਲਬ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕਾਂਗਰਸ ਜ਼ਰੂਰ ਕਰਦੀ ਨਜ਼ਰ ਆਏਗੀ, ਪਰ ਕੋਈ ਠੋਸ ਜਿਹੜਾ ਹੈਗਾ ਕਦਮ ਚੁੱਕੇਗੀ ਉਹ ਕੋਈ ਬਹੁਤੀਆਂ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ। ਇਮਰਾਨ ਖਾਨ ਜੀ ਜੀ ਬਿਲਕੁਲ ਭਿਮਿੰਦਰ ਜੀ, ਜਿਵੇਂ ਤੁਸੀਂ ਕਿਹਾ ਵੀ ਗੋਂਗਲੂ ਤੋਂ ਮਿੱਟੀ ਝਾੜਨ ਵਾਲੀ ਗੱਲ ਕਾਂਗਰਸ ਕਰ ਰਹੀ ਹੈ, ਜਿਵੇਂ ਹੀ ਬੇਅਦਬੀ
ਦਾ ਮੁੱਦਾ ਜਦੋਂ ਉੱਭਰਿਆ ਸੀ, ਬੇਅਦਬੀ ਜਦੋਂ ਹੋਈ ਸੀ, ਅਕਾਲੀ ਸਰਕਾਰ ਦੇ ਵੱਲੋਂ ਵੀ ਇਹੀ ਗੱਲ ਕਹਿ ਕੇ ਆਪਣਾ ਪੱਲਾ ਝਾੜਿਆ ਜਾਂਦਾ ਕਿ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਹੁਣ ਵੀ ਉਹੀ ਮੁੱਦਾ ਪੰਜਾਬ ਦੇ ਲੋਕਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹੀ ਆ, ਤੇ ਬਾਕੀ ਕਿਸਾਨਾਂ ਦੇ ਵਿੱਚ ਕਰਜ਼ਾ ਮਾਫੀ ਮੁੱਦਾ ਜਿਹੜਾ ਲੈ ਕੇ ਕਾਫੀ ਸਸੋ ਪੰਜ ਵੀ ਹਜੇ ਤੱਕ ਬਣਿਆ ਹੋਇਆ ਕਿ ਚੰਨੀ ਸਰਕਾਰ ਕਹਿ ਰਹੇ ਕਿ ਅਸੀਂ ਕਰਜ਼ਾ ਮਾਫ ਕਰ ਦਿੱਤਾ, ਲੋਕ ਕਹਿ ਰਹੇ ਨੇ ਕਿ ਸਾਡਾ ਕਰਜ਼ਾ ਮਾਫ ਨਹੀਂ ਹੋਇਆ। ਉਹ ਪਤਾ ਨਹੀਂ ਕਾਗਜ਼ੀ ਕਰਜ਼ਾ ਮਾਫ ਹੋਇਆ ਸੀ, ਪਤਾ ਨਹੀਂ ਕਿਹੜਾ ਕਰਜ਼ਾ ਮਾਫ ਹੋਇਆ। ਇਹ ਲੋਕ ਜਾਂ ਭਲੀ ਭਾਗ ਜਾਣਦੇ ਨੇ ਜਾਂ ਫਿਰ ਚੰਨੀ ਸਰਕਾਰ ਜਾਣਦੀ ਆ। ਚੰਨੀ ਸਰਕਾਰ ਦੀ ਗੱਲ ਕਰਦੇ ਆ, ਭੀਮਿੰਦਰ ਸਰਦ ਇੱਕ ਚੰਨੀ ਦੇ ਵੱਲੋਂ ਬੀਐਸਪੀ ਤੇ ਇਲਜ਼ਾਮ ਲਗਾਏ ਗਏ ਨੇ, ਬੀਐਸਪੀ ਤੇ ਅਕਾਲੀ ਦਲ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਨੇ ਜਿਹੜੀਆਂ ਨੇ, ਅਕਾਲੀ ਦਲ ਨੂੰ ਬਸਪਾ ਨੇ ਸੀਟਾਂ ਵੇਚੀਆਂ ਨੇ। ਇਹ ਇਲਜ਼ਾਮ ਲਗਾਏ ਗਏ ਨੇ ਚੰਨੀ ਸਰਕਾਰ ਦੇ ਵੱਲੋਂ। ਇਲਜ਼ਾਮਾਂ ਤੋਂ ਕਹਿਣ ਦਾ ਭਾਵ ਕਿ ਪਿੱਛੇ ਚੰਨੀ ਸਰਕਾਰ ਵੀ ਨਹੀਂ ਹਟ ਰਹੀ, ਤੇ ਉਧਰੋਂ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਮੁੱਦੇ ਤੇ ਇਲਜ਼ਾਮ ਲਗਾਏ ਨੇ, ਚਰਨਜੀਤ ਚੰਨੀ ਵੀ ਪਿੱਛੇ ਨਹੀਂ ਹਟਦੇ ਨਜ਼ਰ ਆ ਰਹੇ। ਜੀ ਇਮਰਾਨ ਜੀ, ਜਦੋਂ ਚੋਣਾਂ ਦਾ ਮੌਸਮ ਹੁੰਦਾ ਹੈ, ਖਾਸ ਤੌਰ ਤੇ ਜਦੋਂ ਚੋਣਾਂ ਦਾ ਮੌਸਮ ਐਨ ਭਖਿਆ ਹੋਵੇ, ਉਸ ਸਮੇਂ ਇਦਾਂ ਦੀ ਜਿਹੜੀ ਇਲਜ਼ਾਮਬਾਜ਼ੀ ਹੈ ਇੱਕ ਦੂਜੇ ਦੀਆਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਲਾਉਂਦੀਆਂ ਨਜ਼ਰ ਆਉਣਗੀਆਂ ਤੁਹਾਨੂੰ। ਹਰ ਪਾਰਟੀ ਜਿਹੜੀ ਹੈਗੀ ਹੈ, ਬੀਜੇਪੀ ਅਕਾਲੀ ਦਲ ਤੇ ਲਾਉਂਦੀ ਹੈ ਔਰ ਅਕਾਲੀ ਦਲ ਵਾਲੇ ਬੀਜੇਪੀ ਤੇ ਲਾਉਂਦੇ ਆ, ਔਰ ਇਸੇ ਤਰ੍ਹਾਂ ਇੱਕ ਦੂਜੇ ਪਾਰਟੀ ਦੇ ਉੱਤੇ ਇਹ ਇਲਜ਼ਾਮਬਾਜ਼ੀ ਲੱਗਦੀ ਰਹਿੰਦੀ ਹੈ। ਸੋ ਇਸ ਕਰਕੇ ਇਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਿਆਨ ਇਸ ਵੇਲੇ ਆਇਆ ਹੈ, ਇਸ ਨੂੰ ਅਸੀਂ ਲਾਜ਼ਮੀ ਤੌਰ ਤੇ ਉਸ 22 ਦੀਆਂ ਚੋਣਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਕਹਿ ਸਕਦੇ ਹਾਂ, ਕਿਉਂਕਿ ਚੰਨੀ ਸਾਹਿਬ ਵੀ ਇੱਕ ਐਸੀ ਜਿਹੜਾ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ, ਔਰ ਐਸੀ ਭਾਈਚਾਰਾ ਆਪਾਂ ਸਾਰੇ ਜਾਣਦੇ ਹਾਂ ਕਿ ਬਸਪਾ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੈ, ਔਰ ਇਸੇ ਕਰਕੇ ਕਿਉਂਕਿ ਬਸਪਾ ਔਰ ਅਕਾਲੀ ਦਲ ਦੀ ਸਾਂਝ ਹੈ, ਸੋ ਇਸ ਕਰਕੇ ਉਸ ਸਾਂਝ ਨੂੰ ਦੇ ਉੱਤੇ ਆਪਾਂ ਠੇਸ ਪਹੁੰਚਾਉਣ ਦੇ ਲਈ ਜਾਂ ਉਸ ਦੇ ਉੱਤੇ ਸੰਨ ਲਾਉਣ ਦੇ ਲਈ ਇਹ ਜਿਹੜਾ ਹੈਗਾ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਚੰਨੀ ਸਾਹਿਬ ਵੱਲੋਂ। ਔਰ ਆਪਾਂ ਨੂੰ ਪਤਾ ਹੈ ਕਿ ਬਸਪਾ ਦਾ ਜਦੋਂ ਅਸੀਂ ਆਧਾਰ ਵੇਖਦੇ ਹਾਂ ਤਾਂ ਬਹੁਤਾ ਪਿਛਲੇ ਲੰਬੇ ਸਮੇਂ ਤੋਂ ਉਹ ਗ੍ਰਾਫ ਜਿਹੜਾ ਹੈਗਾ ਘਟਦਾ ਨਜ਼ਰ ਆ ਰਿਹਾ ਹੈ। ਸੋ ਇਸ ਕਰਕੇ ਇਸ ਬਿਆਨ ਦੇ ਨਾਲ ਬਹੁਤੀਆਂ ਕੋਈ ਸੰਭਾਵਨਾਵਾਂ ਜਾਂ ਉਹਦੇ ਨਾਲ ਕੋਈ ਫਰਕ ਪਏਗਾ ਬਸਪਾ ਨੂੰ ਜਾਂ ਅਕਾਲੀ ਦਲ ਨੂੰ, ਏਦਾਂ ਕੋਈ ਨਜ਼ਰ ਨਹੀਂ ਆ ਰਿਹਾ ਇਮਰਾਨ ਜੀ। ਜੀ ਬਿਲਕੁਲ, ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋਇਆ ਪਿਆ, ਮੌਸਮ ਭਖਿਆ ਹੋਇਆ, ਭਾਵੇਂ ਕਿ ਉੱਤਰੀ ਭਾਰਤ ਦੇ ਵਿੱਚ ਠੰਡ ਆ, ਪਰ ਚੋਣਾਂ ਦੇ ਮੌਸਮ ਦਾ ਨਿੱਘ ਜ਼ਰੂਰ ਮਾਣ ਰਹੇ ਨੇ ਜਿਹੜੇ ਨੇ, ਭਾਵੇਂ ਦਾਅਵੇਦਾਰ ਹੋਣ, ਭਾਵੇਂ ਲੀਡਰ ਨੇ, ਭਾਵੇਂ ਮੰਤਰੀਆਂ ਦੇ ਕੁਰਸੀਆਂ ਤੇ ਬੈਠੇ, ਅਹੁਦਿਆਂ ਤੇ ਬੈਠੇ ਨੇ, ਚੋਣਾਂ ਦਾ ਨਿੱਘ ਜ਼ਰੂਰ ਮਾਣਿਆ ਜਾ ਰਿਹਾ। ਤੇ ਉਧਰ ਗੱਲ ਕੀਤੀ ਜਾਵੇ ਭੀਮਿੰਦਰ ਜੀ ਕਿਸਾਨਾਂ ਦੀ, ਕਿਸਾਨ ਵੀ ਪੂਰੀ ਤਰ੍ਹਾਂ ਹੁਣ ਸਰਗਰਮ ਨਜ਼ਰ ਆ ਰਹੇ ਨੇ। ਗੁਰਨਾਮ ਸਿੰਘ ਝੜੂਨੀ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਅੱਜ ਆਪਣੀ ਪਾਰਟੀ ਦਾ ਐਲਾਨ ਕਰਾਂਗੇ। ਕੀ ਲੱਗਦਾ ਜੇਕਰ ਕਿਸਾਨਾਂ ਦੀ ਪਾਰਟੀ ਬਣ ਜਾਂਦੀ ਆ ਤਾਂ ਉਸਦਾ ਕਿਸ ਨੂੰ ਫਾਇਦਾ ਹੋਵੇਗਾ ਤੇ ਕਿਸ ਨੂੰ ਨੁਕਸਾਨ ਹੋਵੇਗਾ? ਤੇ ਕਿਉਂਕਿ ਜਿਹੜੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 90 ਤੋਂ ਵੱਧ ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ। ਆਮ ਆਦਮੀ ਪਾਰਟੀ ਵੀ 40 ਤੋਂ ਉੱਪਰ ਹੈ, ਪਿੱਛੇ ਬਚੀ ਸਿਰਫ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ। ਕੀ ਲੱਗਦਾ ਕਿੱਧਰ ਕਿਸਾਨਾਂ ਦੇ ਵੱਲ ਜਾਣਗੇ ਜਾਂ ਕਿਸਾਨ ਇੱਧਰ ਪਾਰਟੀਆਂ ਦੇ ਵੱਲ ਆਉਣਗੇ? ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਹੋਵੇਗਾ? ਇਮਰਾਨ ਜੀ ਦੇਖੋ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, 32 ਜਥੇਬੰਦੀਆਂ ਆਪਾਂ ਜ਼ਿਕਰ ਕੀਤਾ, ਔਰ ਉਸ ਤੋਂ ਬਾਅਦ 33ਵੀਂ ਜਿਹੜੀ ਹੈਗੀ ਆ ਝੜੂਨੀ ਸਾਹਿਬ ਦੀ, ਕਿਉਂਕਿ ਹਰਿਆਣੇ ਦੇ ਵਿੱਚ ਉਹ ਕੰਮ ਕਰਦੇ ਸੀਗੇ ਝੜੂਨੀ ਸਾਹਿਬ, ਉੱਥੋਂ ਦੇ ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ। ਸੋ ਇਸ ਕਰਕੇ ਇੱਕ ਨਵੀਂ ਉਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਦਾ ਅੱਜ ਆਗਾਜ਼ ਕਰਨਾ ਹੈ, ਨਵੀਂ ਪਾਰਟੀ। ਪਿਛਲੇ ਲੰਬੇ ਸਮੇਂ ਤੋਂ ਵੀ ਜਦੋਂ ਇਹ ਅੰਦੋਲਨ, ਕਿਸਾਨ ਅੰਦੋਲਨ ਸਿਖਰ ਤੇ ਸੀਗਾ, ਉਸ ਵੇਲੇ ਵੀ ਉਹਨਾਂ ਨੇ ਇਦਾਂ ਦੇ ਬਿਆਨ ਦਿੱਤੇ ਕਿ ਅਸੀਂ ਤਾਂ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ ਨੇ। ਸੋ ਉਸ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਪਰ ਜਦੋਂ ਅਸੀਂ ਨਵੀਂ ਪਾਰਟੀ ਦਾ ਜਾਂ ਜੋ ਪੋਲੀਟੀਕਲ ਪਾਰਟੀ ਜਦੋਂ ਬਣਦੀ ਹੈ, ਕੋਈ ਜਥੇਬੰਦੀ ਤੋਂ ਬਾਅਦ ਕੋਈ ਪੋਲੀਟੀਕਲ ਪਾਰਟੀ ਦੀ ਹੋਂਦ ਹੁੰਦੀ ਹੈ, ਤਾਂ ਉਹਦੇ ਲਈ ਤੁਹਾਨੂੰ ਬਹੁਤ ਸਾਰਾ ਕਾਡਰ ਚਾਹੀਦਾ ਹੈ, ਬਹੁਤ ਸਾਰੀ ਮਸ਼ੀਨਰੀ ਚਾਹੀਦੀ ਹੈ, ਔਰ ਬਹੁਤ ਸਾਰੇ ਇਦਾਂ ਦੇ ਉਮੀਦਵਾਰ ਚਾਹੀਦੇ ਨੇ ਜਿਹੜੇ ਕਿ ਤੁਹਾਡੇ ਨਾਲ ਲੱਗ ਕੇ ਜਿਹੜਾ ਹੈਗਾ ਜਥੇਬੰਦਕ ਢਾਂਚਾ ਉਸਾਰ ਸਕਣ। ਸੋ ਕਹਿਣ ਦਾ ਮਤਲਬ ਹੈ ਕਿ ਸੋਚ ਇਹ ਚੰਗੀ ਹੈ, ਪਰ ਇਸ ਨੂੰ ਬੂਰ ਪੈਂਦਾ ਜਿਹੜਾ ਹੈਗਾ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ। ਹਾਂ, ਕੁਝ ਜਿਹੜੀਆਂ ਨੇ ਆਪਣੀਆਂ ਪਰਸੈਂਟੇਜ ਆਪਾਂ ਕਹਿ ਸਕਦੇ ਹਾਂ ਕਿ ਵੋਟਾਂ ਉਹ ਜ਼ਰੂਰ ਲੈ ਕੇ ਜਾਣਗੇ, ਔਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀਆਂ ਵੋਟਾਂ ਹਰ ਪਾਰਟੀ ਦੇ ਵਿੱਚੋਂ ਹੀ ਜਾ ਸਕਦੀਆਂ ਨੇ। ਉਹਦੇ ਵਿੱਚ ਕਾਂਗਰਸ ਦਾ ਵੀ ਥੋੜੀਆਂ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ, ਇਸ ਤਰ੍ਹਾਂ ਬੀਜੇਪੀ ਔਰ ਉਹਨਾਂ ਦਾ ਜਿਹੜਾ ਗੱਠਜੋੜ ਹੋਏਗਾ ਉਹਦਾ ਵੀ ਨੁਕਸਾਨ ਹੋ ਸਕਦਾ ਹੈ। ਸਗੋਂ ਉਹਨਾਂ ਦਾ ਜ਼ਿਆਦਾ, ਬੀਜੇਪੀ ਦਾ ਜ਼ਿਆਦਾ ਨੁਕਸਾਨ, ਜੇਕਰ ਇਦਾਂ ਦੀਆਂ ਪਾਰਟੀਆਂ ਬਣਦੀਆਂ ਨੇ ਕਿਸਾਨਾਂ ਦੀਆਂ, ਤਾਂ ਸਭ ਤੋਂ ਜ਼ਿਆਦਾ ਨੁਕਸਾਨ ਬੀਜੇਪੀ ਦੀਆਂ ਨੂੰ ਹੋਣ ਦਾ ਸੰਭਾਵਨਾ ਹੈ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਪਣੀਆਂ ਪਾਰਟੀਆਂ ਬਣਾਉਂਦੀਆਂ ਨੇ ਤਾਂ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ ਨੇ।
ਇਸੇ ਤਰ੍ਹਾਂ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਅਕਾਲੀ ਦਲ ਇੱਕ ਵਾਹਿਦ ਇੱਕ ਐਸੀ ਪਾਰਟੀ ਹੈ ਜਿਹੜੀ ਪੰਥਕ ਵੋਟ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਜਿਹੜਾ ਹੈਗਾ ਆਪਣੀ ਟੇਕ ਰੱਖਦੀ ਹੈ। ਸੋ ਇਸ ਕਰਕੇ ਅਕਾਲੀ ਦਲ ਨੂੰ ਵੀ ਕਾਫੀ ਜਿਹੜਾ ਹੈਗਾ ਖਤਰਾ ਹੋਣ ਦੀਆਂ ਸੰਭਾਵਨਾਵਾਂ ਨੇ, ਉਹਨਾਂ ਦਾ ਵੋਟ ਗ੍ਰਾਫ ਜਿਹੜਾ ਹੈਗਾ ਉਹ ਗਿਰ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਪਾਰਟੀਆਂ ਜਿੰਨਾ ਉਹਨਾਂ ਦਾ ਆਧਾਰ ਹੈ ਕਿਸਾਨੀ ਦੇ ਵਿੱਚ, ਉਸ ਹਿਸਾਬ ਨਾਲ ਉਹਨਾਂ ਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਇਮਰਾਨ ਜੀ ਜੀ ਭੇਮਿੰਦਰ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਦਰਸ਼ਕਾਂ ਤੱਕ ਆਪਣੀ ਆਵਾਜ਼ ਪਹੁੰਚਾਈ, ਤੁਸੀਂ ਸਾਰੀ ਜਾਣਕਾਰੀ ਸਹੀ ਸਟੀਕ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਦਰਸ਼ਕਾਂ ਤੱਕ ਪਹੁੰਚਾਈ, ਉਸ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਇਮਰਾਨ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਫਿਰ ਮਿਲਦੇ ਹਾਂ ਕੁਝ ਨਵੀਆਂ ਤੇ ਤਾਜ਼ੀਆਂ ਸਿਆਸੀ ਖਬਰਾਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।